ਆਦਰਣ ਸਾਥੀਓ, ਮੈਂ ਰਮਨ ਕੁਮਾਰ ਇੱਕ ਵਾਰ ਫਿਰ ਤੁਹਾਡੇ ਵਾਸਤੇ ਲੈ ਕੇ ਪ੍ਰੋਗਰਾਮ ਬੀਤੇ ਹਫਤੇ ਤੇ ਇੱਕ ਨਜ਼ਰ। ਬੜਾ ਅੱਛਾ ਸਬਬ ਬਣਦਾ ਹੈ, ਹਰ ਹਫਤੇ ਮਿਲਣਾ ਹੁੰਦਾ ਹੈ ਔਰ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰ ਸਕੀਏ। ਅਸੀਂ ਕਿਉਂਕਿ ਵੀਕਲੀ ਪ੍ਰੋਗਰਾਮ ਹੈ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ 4 ਤੋਂ ਲੈ ਕੇ ਜੋ 6-7 ਮੁੱਦੇ ਹਨ ਜਿਨ੍ਹਾਂ 'ਤੇ 2-2, 4-4 ਮਿੰਟ ਥੋੜ੍ਹੀ ਵਿਸਥਾਰਿਤ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਰੱਖੀ ਜਾਵੇ। ਲੇਕਿਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹ ਸੋਚ ਰਿਹਾ ਹਾਂ ਕਿ ਅੱਜ ਹੁਣ ਤੋਂ ਜਿੰਨਾ ਪ੍ਰੋਗਰਾਮ ਅਸੀਂ ਪਹਿਲੋਂ ਕਰਦੇ ਹਾਂ ਉਹ ਤਾਂ ਕਰਦੇ ਹਾਂ, ਪਹਿਲੋਂ ਸ਼ੁਰੂ ਦੇ ਵਿੱਚ ਕੋਈ 4-5 ਖਬਰਾਂ ਜਿਹੜੀਆਂ ਸੰਬੰਧਿਤ ਹੈ ਨੇ ਪੰਜਾਬ ਨਾਲ ਜਾਂ ਹੋਰ, ਉਹ ਵੀ ਸੰਖੇਪ ਦੇ ਵਿੱਚ ਤੁਹਾਡੇ ਨਾਲ ਸ਼ੁਰੂ ਦੇ ਵਿੱਚ ਸਾਂਝੀਆਂ ਕਰ ਲਿੱਤੀਆਂ ਜਾਣ। ਤਾਂ ਉਸ ਤੋਂ ਬਾਅਦ ਜਿਵੇਂ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਮੁੱਦਿਆਂ ਨੂੰ ਲੈ ਕੇ ਵਿਸਥਾਰਿਤ ਗੱਲਬਾਤ ਕਰਦੇ ਹਾਂ, ਉਸ ਤਰ੍ਹਾਂ ਕੀਤੀ ਜਾਵੇ। ਤਾਂ ਮੈਂ ਸ਼ੁਰੂਆਤ ਕਰ ਰਿਹਾ ਹਾਂ, ਆਗਾਜ਼ ਕਰ ਰਿਹਾ ਹਾਂ ਇਹਨਾਂ ਖਬਰਾਂ ਦੇ ਨਾਲ, ਜਿਵੇਂ ਹੈ ਕਿ ਤੇਜਸ ਲਾਈਟ ਕੰਬਾਟ 에ਅਰਕ੍ਰਾਫਟ ਹੈ। ਤੇਜਸ MK1 ਹਲਕਾ ਲੜਾਕੂ ਜਹਾਜ਼ ਜੇ ਪੰਜਾਬੀ ਦੇ ਵਿੱਚ ਆਖਣਾ ਹੋਵੇ ਤਾਂ ਇਸ ਨੂੰ ਇੰਡੀਅਨ 에ਅਰ ਫੋਰਸ ਦੇ ਵਿੱਚ ਸ਼ਾਮਲ ਕਰ ਲਿੱਤਾ ਗਿਆ ਹੈ। ਕਾਫੀ ਲੰਬੇ ਸਮੇਂ ਤੋਂ ਇਸ ਜਹਾਜ਼ 'ਤੇ ਕੰਮ ਹੋ ਰਿਹਾ ਸੀ ਕਿਉਂਕਿ ਇਹ ਭਾਰਤ ਵਿੱਚ ਨਿਰਮਿਤ ਪਹਿਲਾ ਅਜਿਹਾ ਜਹਾਜ਼ ਹੈ। ਤੋਂ ਟੈਕਨੋਲੋਜੀ ਦੀ ਘਾਟ ਹੋਣ ਕਰਕੇ ਕਈ ਹੋਰ ਮੁੱਦੇ ਬਣੇ ਰਹੇ। ਕਈ ਸਾਲਾਂ ਦੇ ਵਕਫੇ ਤੋਂ ਬਾਅਦ ਆਖਰ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿ ਇਹ ਜਹਾਜ਼ ਜਿਹੜਾ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ ਬੈਂਗਲੌਰ ਦੇ ਵਿੱਚ ਬਣਿਆ ਹੈ, ਉਹ ਰਸਮੀ ਤੌਰ 'ਤੇ ਕੱਲ੍ਹ ਭਾਰਤੀ ਹਵਾਈ ਫੌਜ ਦੇ ਮੁਖੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਤੋ ਦੂਜੀ ਖਬਰ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਵਾਲੇ ਦਿਨ 21 ਜ਼ਿਲ੍ਹਿਆਂ ਤੇ 100 ਤਹਿਸੀਲ ਹੈੱਡਕੁਆਟਰਾਂ 'ਤੇ ਧਰਨਾ ਦਿੱਤਾ। ਮੁੱਦਾ ਉਹ ਕੋਰੋਨਾ ਨੂੰ ਲੈ ਕੇ, ਕਿਉਂਕਿ ਕੋਰੋਨਾ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਵਰਗਾਂ ਦੀ ਮਦਦ ਕਰਨ ਵਾਸਤੇ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਇੱਕ ਵੱਡੇ ਪੈਕੇਜ ਦਾ ਐਲਾਨ ਕੀਤਾ ਸੀ। ਤਾਂ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੌਮੀ ਤਾਲਮੇਲ ਜੋ ਕਮੇਟੀ ਹੈ, ਉਹਨਾਂ ਦੇ ਸੱਦੇ ਦੇ ਉੱਪਰ ਜਿਨ੍ਹਾਂ ਨੇ ਆਖਿਆ ਕਿ ਬਈ ਇਸ ਨੂੰ ਜਿਹੜਾ ਬੁਲੰਦ ਨਾਅਰਾ ਦਿੱਤਾ ਗਿਆ ਕਿਸਾਨ ਬਚਾਓ ਦੇਸ਼ ਬਚਾਓ, ਉਹਨਾਂ ਆਖਿਆ ਕਿ ਐਡਾ ਵੱਡਾ ਪੈਕੇਜ ਇਸ ਦਾ ਐਲਾਨ ਕੀਤਾ ਗਿਆ ਹੈ ਤੇ ਸਾਡੇ ਖਾਤੇ ਦੇ ਵਿੱਚ ਤਾਂ ਕਹਾਣੀ ਕੌੜੀ ਵੀ ਨਹੀਂ ਪਈ। ਔਰ ਸ਼ਾਇਦ ਇਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੁਝ ਹੁੰਦਾ ਰਹੇਗਾ, ਹੋਰ ਖਬਰਾਂ ਸੁਣਨ ਨੂੰ ਮਿਲਣਗੀਆਂ। ਇਸੇ ਤਰ੍ਹਾਂ ਕੈਬਨਿਟ ਦੀ ਮੀਟਿੰਗ ਦਾ ਮੁੱਦਾ ਅਸੀਂ ਲੇਟਰ ਔਨ ਹੋਰ ਵੱਖਰੇ ਤਰੀਕੇ ਨਾਲ ਵਿਚਾਰਨਾ ਹੈ। ਲੇਕਿਨ ਇੱਕ ਫੈਸਲਾ ਕੱਲ੍ਹ ਕੇ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਹੋਇਆ ਕਿ ਮੈਡੀਕਲ ਐਜੂਕੇਸ਼ਨ ਜੋ ਹੈ ਉਹ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਹੋਣ ਜਾ ਰਹੀ ਹੈ। ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ MBBS ਵਾਸਤੇ ਜੋ ਫੀਸ ਹੈ ਉਸ ਦੇ ਵਿੱਚ 77% ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਮੈਡੀਕਲ ਕਾਲਜ ਹਨ ਉਹ ਵੀ ਆਪਣੀ ਫੀਸ 33% ਤੱਕ ਵਧਾ ਸਕਦੇ ਹਨ। ਤੋ ਇੱਕ ਗੱਲ ਹੋਰ ਹੈ, ਜਿਹੜਾ ਕੇਸ ਹੈ ਆਪਣਾ ਸਿੱਧੂ ਮੂਸੇਵਾਲਾ ਨੂੰ ਲੈ ਕੇ, ਉਹ ਪਿੱਛੇ ਸੁਰਖੀਆਂ ਦੇ ਵਿੱਚ ਸੀ, ਉਹਦੀ ਵੀਡੀਓ ਵਾਇਰਲ ਹੋਈ ਸੀ। ਉਸਨੇ AK-47 ਤੋਂ ਫਾਇਰ ਕਰ ਰਿਹਾ ਸੀ। DSP ਪੁਲਿਸ ਦੇ ਲੋਕ ਹੋਰ ਉਹਦੇ ਨਾਲ ਸਨ। ਤੋ ਉਹ ਜਿਹੜੇ ਪੁਲਿਸ ਦੇ 4 ਮੁਲਾਜ਼ਮ ਤੇ ਇੱਕ ਸ਼ਖਸ ਜਿਹੜਾ ਹੋਰ ਹੈ, ਉਸ ਨੂੰ ਉਹਨਾਂ ਦੇ ਵਕੀਲ ਦੀ ਗੱਲਾਂ ਸੁਣਨ ਤੋਂ ਬਾਅਦ ਜੋ ਮਾਨਯੋਗ ਜੱਜ ਹਨ ਸੰਗਰੂਰ ਦੇ, ਉਹਨਾਂ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸੋ ਇਹ ਸੰਖੇਪ ਖਬਰਾਂ ਕੁਝ ਇੱਕ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ। ਤੋ ਅਗਲੀ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਦਾ ਬਾਕੀ ਫਾਰਮੈਟ ਹੈ। ਸਭ ਤੋਂ ਵੱਡੀ ਖਬਰ ਜੋ ਆਪ ਜੀ ਦੇ ਨਾਲ ਸ਼ੇਅਰ ਸਾਂਝਾ ਕਰਨੀ ਹੈ ਉਹ ਇਹ ਹੈ ਕਿ ਸਾਡੇ ਦੇਸ਼ ਦਾ ਗੌਰਵ, ਸਾਡੇ ਦੇਸ਼ ਦੀ ਸ਼ਾਨ, ਭਾਰਤ ਦੇ ਮਹਾਨ ਓਲੰਪੀਅਨ ਜਿਨ੍ਹਾਂ ਨੇ ਕੌਮਾਂਤਰੀ ਮੰਚ ਤੇ ਦੇਸ਼ ਦਾ ਤਿਰੰਗਾ ਬੁਲੰਦ ਕੀਤਾ, ਇੱਕ ਵਾਰ ਨਹੀਂ ਅਨੇਕ ਵਾਰ, ਬਲਬੀਰ ਸਿੰਘ ਸੀਨੀਅਰ, ਉਹ 96 ਸਾਲ ਦੀ ਉਮਰ ਵਿੱਚ ਚੱਲ ਵਸੇ ਹਨ। ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਫੋਰਟਿਸ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਨਾਲ ਮੋਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਸਨ। ਬੇਟੇ ਹਨ ਉਹਨਾਂ ਦੇ 3 ਕੈਨੇਡਾ ਵਿੱਚ ਰਹਿੰਦੇ ਹਨ, ਬੇਟੀ ਉਹਨਾਂ ਦੀ ਇੱਥੇ ਰਹਿੰਦੀ ਹੈ। ਉਹਨਾਂ ਦੇ ਕੋਲ ਹੀ, ਉਹਨਾਂ ਦੇ ਬੱਚਿਆਂ ਦੇ ਕੋਲ ਹੀ ਆਪ ਜੀ ਰਹਿੰਦੇ ਸਨ। ਉਹ ਮਿਲ ਕੇ ਵੀ ਆਏ ਸਨ ਰਾਤ ਨੂੰ ਔਰ ਦੱਸਦੇ ਸਨ ਕਿ ਠੀਕ ਸਨ, ਲੇਕਿਨ ਚੌਥੀ ਵਾਰੀ ਦਿਲ ਦਾ ਦੌਰਾ ਪਿਆ ਤੇ ਉਹ ਇਹ ਲੰਮੇਰੀ ਉਮਰ ਦੇ ਵਿੱਚ ਉਹ ਸ਼ਾਇਦ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਏ ਔਰ ਉਹ ਆਖਰ ਜੋ ਹੈ ਸਾਰਿਆਂ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਹੋਰਾਂ ਦਾ ਜਨਮ ਜੋ ਹੈ ਜੀ 31 ਦਸੰਬਰ 1923 ਨੂੰ ਹੋਇਆ ਸੀ। ਹਰੀਪੁਰ ਖਾਲਸਾ ਦੀ ਫਿਜ਼ਾ ਦੇ ਵਿੱਚ ਇਹਨਾਂ ਨੇ ਪਹਿਲਾ ਸਾਹ ਲਿਆ ਸੀ ਔਰ ਆਖਰੀ ਸਾਹ ਇਹਨਾਂ ਨੇ 25 ਮਈ ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ
ਇਸ ਮਹੀਨੇ ਦੀ 25 ਤਰੀਕ ਨੂੰ ਮੋਹਾਲੀ ਦੇ ਵਿੱਚ ਲਿਆ। ਬਹੁਤ ਛੋਟੇ ਸਨ ਆਪ ਜੀ ਪਹਿਲੋਂ, ਤੇ 5 ਸਾਲ ਦੀ ਉਮਰ ਦੇ ਵਿੱਚ ਇਹ ਮੋਗੇ ਆ ਗਏ ਜਿੱਥੇ ਇਹਨਾਂ ਦੇ ਪਿਤਾ ਸ਼੍ਰੀ ਅਧਿਆਪਕ ਸਨ। ਉਹਨਾਂ ਦੀ ਉੱਥੇ ਉਹਨਾਂ ਦੀ ਟਰਾਂਸਫਰ ਹੋਈ, ਉੱਥੇ ਉਹਨਾਂ ਨੇ ਜੁਆਇਨ ਕੀਤਾ। ਤਾਂ ਇਹ ਉੱਥੇ ਬੱਚਿਆਂ ਨੂੰ ਹਾਕੀ ਖੇਡਦਿਆਂ ਵੇਖਿਆ ਕਰਦੇ ਸਨ ਬਲਬੀਰ ਹੋਰੀ, ਜਦੋਂ ਕਿ 5 ਸਾਲ ਦੇ ਸਨ। ਫਿਰ ਇਹਨਾਂ ਦਾ ਬਰਥਡੇ ਆਇਆ, ਜਨਮ ਦਿਨ ਆਇਆ, ਤੋ ਪਾਪਾ ਨੇ ਪੁੱਛਿਆ, ਹਾਂ ਪੁੱਤਰ ਕੀ ਚਾਹੁੰਦਾ ਤੂੰ, ਤੇਰੀ ਖੁਆਇਸ਼ ਕੀ ਹੈ, ਤੈਨੂੰ ਕੀ ਲੈ ਕੇ ਦਈਏ? ਤਾਂ ਛੋਟੇ ਬਾਲਕ ਬਲਬੀਰ ਨੇ ਆਖਿਆ, ਪਾਪਾ ਮੈਨੂੰ ਹਾਕੀ ਚਾਹੀਦੀ ਹੈ। ਤੋ ਇਸ ਤਰ੍ਹਾਂ ਪਾਪਾ ਨੇ ਉਹਨਾਂ ਨੂੰ ਹਾਕੀ ਲੈ ਕੇ ਦਿੱਤੀ, ਤੇ ਫਿਰ ਹਾਕੀ ਜੋ ਹੈ ਉਹਨਾਂ ਦੀ ਜ਼ਿੰਦਗੀ ਬਣ ਗਈ। ਤੇ ਜੇਕਰ ਅਸੀਂ ਬਾਅਦ ਦੀ ਗੱਲ ਕਰੀਏ ਤਾਂ ਹਾਕੀ ਉਹਨਾਂ ਦੇ ਇੱਕ ਤਰ੍ਹਾਂ ਨਾਲ 2 ਵਿਆਹ ਹੋਏ ਸਨ, ਇੱਕ ਹਾਕੀ ਦੇ ਨਾਲ ਤੇ ਇੱਕ ਜ਼ਾਹਰਾ ਤੌਰ ਤੇ ਉਹਨਾਂ ਦੀ ਬੀਵੀ ਦੇ ਨਾਲ। ਤੇ ਉਹਨਾਂ ਦੀ ਬੀਵੀ ਵੀ ਇਹ ਕਿਹਾ ਕਰਦੀ ਸੀ ਕਿ ਇਹਨਾਂ ਦੀਆਂ 2 ਬੀਵੀਆਂ ਹਨ, ਇੱਕ ਹਾਕੀ ਹੈ ਤੇ ਇੱਕ ਮੈਂ ਹਾਂ, ਪਰ ਇਹਨਾਂ ਨੇ ਦੂਜੀ ਬੀਵੀ ਨੂੰ ਕਦੀ ਮੇਰੀ ਸੌਂਕਣ ਨਹੀਂ ਬਣਨ ਦਿੱਤਾ, ਉਹ ਮੇਰੀ ਭੈਣ ਬਣ ਕੇ ਰਹੀ। ਇਹ ਬਹੁਤ ਸਮਾਂ ਪਹਿਲਾਂ ਉਹ ਚੱਲ ਵਸੇ ਸਨ। ਉਹਨਾਂ ਨੇ ਇੱਕ ਵਾਰੀ ਆਪਣੇ ਇਹ ਵਿਚਾਰ ਜਿਹੜੇ ਹਨ ਉਹ ਪ੍ਰਗਟਾਏ ਸਨ। ਸੁਸ਼ੀਲ ਉਹਨਾਂ ਦਾ ਨਾਂ ਸੀ। ਔਰ 3 ਵਾਰ ਅਸੀਂ ਤੇ ਹੁਣ ਓਲੰਪਿਕ ਦਾ ਕੋਈ ਮੈਡਲ ਦੇਖਿਆ ਹਾਕੀ ਦੇ ਵਿੱਚ, ਦਹਾਕੇ ਗੁਜ਼ਰ ਗਏ ਹਨ। ਆਖਰੀ ਮੈਡਲ ਅਸੀਂ ਮਾਸਕੋ ਓਲੰਪਿਕ ਦੇ ਵਿੱਚ ਗੋਲਡ ਜਿੱਤਿਆ ਸੀ, ਲੇਕਿਨ ਉਹ ਓਲੰਪਿਕ ਪੂਰੀਆਂ ਖਰੀਆਂ ਨਹੀਂ ਸਨ, ਕਿਉਂਕਿ ਅਮਰੀਕਾ ਨੇ, ਵੈਸਟਰਨ ਬਲਾਕ ਨੇ ਉਦੋਂ ਓਲੰਪਿਕ ਖੇਡਾਂ ਦਾ ਬਾਈਕਾਟ ਕੀਤਾ ਸੀ। ਸੋ ਕਾਫੀ ਹਾਕੀ ਖੇਡਣ ਵਾਲੇ ਦੇਸ਼ ਜੋ ਨੇ ਉਹ ਵੀ ਇਸ ਓਲੰਪਿਕ ਦੇ ਵਿੱਚ ਨਹੀਂ ਸਨ ਆਏ। ਤੋ ਉਸ ਤੋਂ ਪਹਿਲਾਂ 3 ਵਾਰ ਲਗਾਤਾਰ ਬਲਬੀਰ ਸਿੰਘ ਸੀਨੀਅਰ ਹੋਰਾਂ ਨੇ ਦੇਸ਼ ਨੂੰ ਓਲੰਪਿਕ ਦਾ ਗੋਲਡ ਜਿਤਾਇਆ। 1948, 1952 ਔਰ 1956 ਦੇ ਵਿੱਚ। 1948 ਵਿੱਚ ਲੰਡਨ ਦੇ ਵਿੱਚ, 1952 ਵਿੱਚ ਉਪ ਕਪਤਾਨ ਵੀ ਸਨ ਉਹ ਹੈਲਸਿੰਕੀ ਦੇ ਵਿੱਚ, ਤੇ ਫਿਰ ਕਪਤਾਨ ਸਨ 1956 ਦੇ ਵਿੱਚ ਮੈਲਬੌਰਨ ਦੇ ਵਿੱਚ। ਔਰ ਉਹਨਾਂ ਨੂੰ ਗੋਲ ਮਸ਼ੀਨ ਆਖਿਆ ਜਾਂਦਾ ਸੀ, ਇੰਨੇ ਗੋਲ ਦਾਗਦੇ ਸਨ। ਔਰ ਹੈਲਸਿੰਕੀ ਦੇ ਫਾਈਨਲ ਦੇ ਵਿੱਚ ਉਹਨਾਂ ਨੇ 6-1 ਤੇ ਦੂਜੀ ਟੀਮ ਤੇ ਵਿਜੇ ਹਾਸਿਲ ਕੀਤੀ ਸੀ, ਜਿੱਤ ਪ੍ਰਾਪਤ ਕੀਤੀ ਸੀ। 6 ਚੋਂ 5 ਗੋਲ ਬਲਬੀਰ ਸਿੰਘ ਸੀਨੀਅਰ ਹੋਰਾਂ ਨੇ ਇਕੱਲਿਆਂ ਨੇ ਕੀਤੇ ਸਨ ਫਾਈਨਲ ਦੇ ਵਿੱਚ 1952 ਦੇ ਵਿੱਚ। ਗੱਲ ਕਿੰਨੀ ਦੇਰ ਹੋ ਗਈ? 48, 58, 68 ਸਾਲ ਹੋ ਗਏ। ਅੱਜ ਤੱਕ ਦਾ ਇਹ ਰਿਕਾਰਡ ਹੈ ਕਿ ਇੰਨੇ ਗੋਲ ਕਿਸੇ ਇੱਕ ਪਲੇਅਰ ਨੇ ਓਲੰਪਿਕ ਦੇ ਹਾਕੀ ਦੇ ਫਾਈਨਲ ਦੇ ਵਿੱਚ ਕੀਤੇ ਹੋਣ। ਇਸੇ ਤਰ੍ਹਾਂ ਫਿਰ ਜਦੋਂ ਉਹ ਥੋੜ੍ਹਾ ਹੋਰ ਉਮਰ 'ਚ ਅਗਾਂਹ ਵੱਧਦੇ ਹਨ, ਭਾਰਤੀ ਹਾਕੀ ਡੋਲਦੀ ਹੈ, ਉਹਨਾਂ ਦੀ ਨਿਗਰਾਨੀ ਦੇ ਵਿੱਚ ਫਿਰ ਸੰਭਲਦੀ ਹੈ। ਔਰ ਉਹ ਬਤੌਰ ਚੀਫ ਕੋਚ ਮੈਨੇਜਰ 1975 ਦੇ ਵਿੱਚ ਸਿਰਫ 1 ਵਾਰ ਭਾਰਤ ਨੇ ਵਰਲਡ ਕੱਪ ਜਿੱਤਿਆ ਸੀ। ਉਸ ਵੇਲੇ ਉਹ ਬਤੌਰ ਕੋਚ ਔਰ ਮੈਨੇਜਰ ਟੀਮ ਦੇ ਸਨ, ਔਰ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਭਾਰਤ ਨੇ 1 ਵਾਰ ਜਿਹੜਾ ਵਰਲਡ ਕੱਪ ਦਾ ਫਾਈਨਲ ਜਿੱਤਿਆ ਸੀ, ਵਰਲਡ ਚੈਂਪੀਅਨ ਬਣੇ ਸਨ, ਇਹਨਾਂ ਦੀ ਨਜ਼ਰ ਦੇ ਵਿੱਚ ਬਣੇ ਸਨ। ਹੁਣ ਇੱਕ ਗੱਲ ਹੋਰ ਥੋੜ੍ਹੀ ਜਿਹੜੀ ਹੈ ਉਹ ਅੱਖਰ ਦੀ ਹੈ, ਖਟਕ ਦੀ ਹੈ। ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਸੀ। ਸਾਡੇ ਪਦਮ ਅਵਾਰਡ ਹਨ, ਪਦਮ ਉਸ ਤੋਂ ਉੱਪਰਲਾ ਭੂਸ਼ਣ ਹੈ, ਪਦਮ ਵਿਭੂਸ਼ਣ ਹੈ ਉਸ ਤੋਂ ਉੱਪਰ। ਫਿਰ ਸਭ ਤੋਂ ਵੱਡਾ ਸਿਵਿਲੀਅਨ ਅਵਾਰਡ ਜੋ ਹੈ ਉਹ ਭਾਰਤ ਰਤਨ ਹੈ। ਬੜੇ ਸਾਲਾਂ ਤੋਂ ਇਸ ਬਾਰੇ ਗੱਲ ਚੱਲਦੀ ਆ ਰਹੀ ਹੈ ਕਿ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ। ਕਿਸੇ ਪਲੇਅਰ ਨੂੰ ਜੇ ਅੱਜ ਤੱਕ ਭਾਰਤ ਰਤਨ ਮਿਲਿਆ ਹੈ ਤਾਂ ਉਹ 2015 ਦੇ ਵਿੱਚ ਸਚਿਨ ਤੇਂਦੁਲਕਰ ਨੂੰ ਮਿਲਿਆ ਸੀ। ਲੇਕਿਨ ਉਸ ਤੋਂ ਬਹੁਤ ਪਹਿਲੇ ਸਮੇਂ ਤੋਂ ਇਹ ਮੰਗ ਚੱਲਦੀ ਆ ਰਹੀ ਸੀ। ਔਰ ਸਾਡੇ ਜਿਹੜੇ ਆਪਣਾ ਪ੍ਰਿੰਸੀਪਲ ਸਰਵਣ ਸਿੰਘ ਨੇ, ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਜਿਹੜੀ ਕਿਤਾਬ ਲਿਖੀ ਉਹਨਾਂ ਨੇ 2015 ਵਿੱਚ, ਕਿਤਾਬ ਤੇ ਇਹਨਾਂ ਦੇ ਜੀਵਨ ਉੱਪਰ ਪਹਿਲਾਂ ਵੀ ਸੈਮਨ ਬੈਨਰਜੀ ਨੇ ਇੰਗਲਿਸ਼ ਦੇ ਵਿੱਚ ਲਿਖੀ ਸੀ, ਉਹ ਖੇਡ ਪੱਤਰਕਾਰ ਸਨ। ਤਾਂ ਉਹ ਕਿਤੇ ਲਿਖਦੇ ਹਨ ਪ੍ਰਿੰਸੀਪਲ ਸਰਵਣ ਸਿੰਘ ਹੋਰੀ ਕਿ ਇਹ ਦੇਖਣ ਵਾਲੀ ਗੱਲ, ਇਹ ਡਿਜ਼ਰਵ ਤਾਂ ਉਹ ਕਹਿੰਦੇ ਜੀ ਬਲਬੀਰ ਸਿੰਘ ਸੀਨੀਅਰ ਕਿਸੇ ਵੀ ਸੂਰਤ ਦੇ ਵਿੱਚ ਕਰਦੇ ਹਨ। ਐਡੀ ਵੱਡੀ ਪ੍ਰਾਪਤੀ ਹੈ, ਐਡਾ ਵੱਡਾ ਦੇਸ਼ ਲਈ ਹਾਸਿਲ ਹੈ, ਕਿਉਂਕਿ ਉਹਨਾਂ ਨੇ ਤਿਰੰਗੇ ਤੇ ਬੜਾ ਮਾਣ ਕੀਤਾ। ਇੱਕ ਵਾਰ ਜਦੋਂ ਲਾਸ ਐਂਜਲਿਸ ਦੇ ਵਿੱਚ ਓਲੰਪਿਕਸ ਹੋ ਰਹੀਆਂ ਸਨ ਤਾਂ ਕਿਤੇ 80ਵਿਆਂ ਦੇ ਵਿੱਚ ਕਿਤੇ ਕੁਝ ਲੋਕਾਂ ਨੇ, ਕੁਝ ਪਾਕਿਸਤਾਨੀਆਂ ਨੇ ਸ਼ਾਇਦ ਕਿਤੇ, ਉਹਨਾਂ ਨੇ ਜਾਂ ਕਿਸੇ ਤਰੀਕੇ ਦੇ ਨਾਲ ਕਿਸੇ ਗੱਲ ਨੂੰ ਪੈਦਾ ਕਰਨ ਵਾਸਤੇ, ਆਵਾਜ਼ ਬੁਲੰਦ ਕਰਨ ਵਾਸਤੇ, ਕੌਮਾਂਤਰੀ ਮੰਚ ਦਾ ਫਾਇਦਾ ਉਠਾਉਣ ਵਾਸਤੇ ਤਿਰੰਗੇ ਨੂੰ ਪੈਰਾਂ ਦੇ ਵਿੱਚ ਰੋਲ ਦਿੱਤਾ। ਤੇ ਸਾਡੇ ਇੰਡੀਅਨ ਹਾਕੀ ਫੈਡਰੇਸ਼ਨ ਦੇ ਮੁਖੀ ਵੀ ਰਹੇ ਹਨ, BSF ਦੇ ਵੀ ਮੁਖੀ ਰਹੇ ਹਨ, ਅਸ਼ਵਨੀ ਕੁਮਾਰ ਹੋਰੀ, ਸ਼ਾਇਦ ਉਹ ਵੀ ਮੌਕੇ 'ਤੇ ਮੌਜੂਦ ਸਨ। ਕਤਾਰ ਦੇ ਵਿੱਚ ਬਲਬੀਰ ਸਿੰਘ ਸੀਨੀਅਰ ਹੋਰੀ ਬੈਠੇ ਹੋਏ ਸਨ। ਉਹਨਾਂ ਕੋਲੋਂ ਰਿਹਾ ਨਹੀਂ ਗਿਆ ਤੇ ਉਹਨਾਂ ਨੇ ਜਾ ਕੇ ਛਾਲ ਮਾਰ ਕੇ ਥੱਲੇ ਪਹੁੰਚ ਗਏ ਤੇ ਝੰਡਾ ਉਹਨਾਂ ਕੋਲੋਂ ਖੋਹ ਲਿਆ, ਖਿੱਚ ਤੂੰ ਦੇ ਵਿੱਚ ਝੰਡਾ ਫਾੜ ਵੀ ਗਿਆ।
ਲੇਕਿਨ ਉਹਨਾਂ ਨੇ ਫਿਰ ਵੀ ਝੰਡੇ ਦੀ ਤਿਰੰਗੇ ਦੀ ਸ਼ਾਨ ਬਚਾ ਲਈ। ਸੋ ਉਹ ਉਹਨਾਂ ਵਾਸਤੇ ਤਿਰੰਗਾ ਜੋ ਹੈ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਮਾਣ ਦਾ ਪ੍ਰਤੀਕ ਰਿਹਾ ਹੈ। ਔਰ ਉਹਨਾਂ ਨੇ ਕਹਿੰਦੇ ਹੀ ਸਨ ਕਿ ਮੈਂ ਦੇਸ਼ ਦੇ ਤਿਰੰਗੇ ਵਾਸਤੇ ਖੇਡਦਾ ਹਾਂ, ਮੈਂ ਆਪਣੇ ਦੇਸ਼ ਦੀ ਸ਼ਾਨ ਵਾਸਤੇ ਖੇਡਦਾ ਹਾਂ। ਤਾਂ ਮੈਂ ਸਰਵਣ ਸਿੰਘ ਹੋਰਾਂ ਦੀ ਗੱਲ ਕਰ ਰਿਹਾ ਸਨ। ਉਹ ਕਹਿੰਦੇ ਹਨ ਕਿ ਇਹ ਦੇਖਣਾ ਹੁਣ ਇਹ ਹੈ, ਕੁਝ ਸਾਲ ਪਹਿਲੋਂ ਦੀ ਗੱਲ ਹੈ, ਕਿ ਭਾਰਤ ਰਤਨ ਤਾਂ ਮਿਲਣਾ ਹੀ ਚਾਹੀਦਾ ਹੈ। ਦੇਖਣਾ ਇਹ ਹੈ ਕਿ ਭਾਰਤ ਰਤਨ ਬਲਬੀਰ ਸਿੰਘ ਸੀਨੀਅਰ ਹੋਰਾਂ ਨੂੰ ਜਿਉਂਦੇ ਜੀ ਮਿਲਦਾ ਹੈ ਜਾਂ ਮਰਨ ਉਪਰੰਤ। ਬੁੱਧਵਾਰ ਵਾਲੇ ਦਿਨ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ ਜੀ ਚੰਡੀਗੜ੍ਹ ਦੇ ਵਿੱਚ। ਮੁੱਖ ਮੰਤਰੀ ਹਾਜ਼ਰ ਸਨ, ਸਾਰੇ ਮੰਤਰੀ ਸਾਹਿਬਾਨ ਹਾਜ਼ਰ ਸਨ ਔਰ ਖਾਸ ਤੌਰ 'ਤੇ ਚੀਫ ਸੈਕਟਰੀ ਵੀ ਹਾਜ਼ਰ ਸਨ। ਔਰ ਇੱਕ ਰੇੜਕਾ ਜਿਹੜਾ ਵੱਡਾ ਬਣਿਆ ਹੋਇਆ ਸੀ ਕਰੀਬ 15-18 ਦਿਨਾਂ ਤੋਂ ਚੀਫ ਸੈਕਟਰੀ ਸਾਹਿਬ ਨੂੰ ਲੈ ਕੇ ਅਤੇ ਮਿਨਿਸਟਰਸ ਨੂੰ ਲੈ ਕੇ, ਉਹ ਜਿਹੜਾ ਹੈ ਰੇੜਕਾ ਦੂਰ ਹੋ ਗਿਆ, ਹਾਂਜੀ ਪਾਸੇ ਹੋ ਗਿਆ, ਖਤਮ ਹੋ ਗਿਆ। ਮੁੱਦਾ ਇਹ ਸੀ ਕਿ ਅੱਜ ਤੋਂ ਕਰੀਬ 2.5 ਹਫ਼ਤੇ ਪਹਿਲੋਂ ਕੈਬਨਿਟ ਦੀ ਮੀਟਿੰਗ ਤੋਂ ਪਹਿਲੋਂ ਮੰਤਰੀ ਸਾਹਿਬਾਨ ਔਰ ਪ੍ਰੀ ਕੈਬਨਿਟ ਜਿਹਨੂੰ ਕਹਿ ਲਓ ਮੰਤਰੀ ਸਾਹਿਬਾਨ ਔਰ ਚੀਫ ਸੈਕਟਰੀ ਦੀ ਮੀਟਿੰਗ ਸੀ ਪੰਜਾਬ ਦੇ ਵਿੱਚ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ, ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ। ਤਾਂ ਉਹਨਾਂ ਨੇ ਸਾਰੀ ਜਿਹੜੀ ਹੈ ਜਾਣਕਾਰੀ ਚੀਫ ਸੈਕਟਰੀ ਸਾਹਿਬ ਨੇ ਉਹ ਸਾਰੀ ਦਿੱਤੀ ਸੀ। ਚੰਨੀ ਹੋਰੀ ਸਨ ਮੀਟਿੰਗ ਦੇ ਵਿੱਚ, ਚਰਨਜੀਤ ਚੰਨੀ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਨ, ਹੋਰ ਲੋਕ ਸਨ। ਤੋ ਉਹ ਜਦੋਂ ਉਹਨਾਂ ਨੇ ਸਾਰਾ ਵਿਸਥਾਰ ਨਾਲ ਜਾਣਕਾਰੀ ਦਿੱਤੀ ਵੀ ਇਹ ਸਾਰੀ ਦੀ ਸਾਰੀ ਪਾਲਿਸੀ ਇੰਝ ਬਣਾ ਦਿੱਤੀ ਗਈ ਹੈ, ਤਾਂ ਨੈਚੁਰਲੀ ਉਹਦੇ ਬਾਅਦ ਕੈਬਨਿਟ ਨੇ ਪਾਸ ਕਰਨਾ ਹੁੰਦਾ। ਤਾਂ ਮਨਪ੍ਰੀਤ ਬਾਦਲ ਹੋਰਾਂ ਨੇ ਔਰ ਚੰਨੀ ਹੋਰਾਂ ਨੇ ਇਸ ਗੱਲ ਦਾ ਬੜਾ ਬੁਰਾ ਬਣਾਇਆ। ਤੇ ਬਾਦਲ ਹੋਰਾਂ ਨੇ ਆਖਿਆ ਕਿ ਭਾਈ ਜੇਕਰ ਤੁਸੀਂ ਸਾਰੇ ਦਾ ਸਾਰਾ ਪ੍ਰੋਗਰਾਮ ਤੈਅ ਕਰ ਲਿਆ ਹੈ, ਪਾਲਿਸੀ ਫਾਈਨਲਾਈਜ਼ ਕਰ ਲਈ ਹੈ, ਤੇ ਫਿਰ ਸਾਨੂੰ ਬੁਲਾਉਣ ਦੀ ਕੀ ਲੋੜ ਸੀ। ਥੋੜਾ ਤਕਰਾਰ ਜਿਹਾ ਹੋਇਆ, ਕੁਛ ਉੱਚੀ ਨੀਵੀਂ ਹੋਈ ਹੋਣੀ ਹੈ, ਤਾਂ ਉਹ ਮੀਟਿੰਗ ਦੇ ਵਿੱਚੋਂ ਬਾਹਰ ਚਲੇ ਗਏ, ਬਾਈਕਾਟ ਕਰ ਗਏ। ਫਿਰ ਉਸ ਤੋਂ ਬਾਅਦ ਇਹਨਾਂ ਮੰਤਰੀਆਂ ਵੱਲੋਂ ਤੇ ਹੋਰਨਾਂ ਮੰਤਰੀਆਂ ਵੱਲੋਂ ਵੀ ਜੋ ਹੈ ਚੀਫ ਸੈਕਟਰੀ ਸਾਹਿਬ ਦੇ ਖਿਲਾਫ ਆਵਾਜ਼ ਬੁਲੰਦ ਹੋਈ। ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਆਖਿਆ ਕਿ ਅਫਸਰਸ਼ਾਹੀ ਜੋ ਹੈ ਇਹ ਬਹੁਤ ਜ਼ਿਆਦਾ ਹਾਵੀ ਹੁੰਦੀ ਜਾ ਰਹੀ ਹੈ। 3 ਸਾਲ ਹੋ ਗਏ ਹਨ ਅਸੀਂ ਇਹ ਨਜ਼ਾਰਾ ਵੇਖ ਰਹੇ ਹਨ। ਆਖਰ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਹ ਲੋਕਾਂ ਨੂੰ ਜਵਾਬਦੇਹ ਹੁੰਦੇ ਹਨ। ਫਿਰ ਇਹ ਵੀ ਕਿਤੇ ਗੱਲ ਚੱਲੀ ਕਿਤੇ ਕਿ ਬਈ ਜਿਹੜਾ ਬੀਤੇ 3 ਸਾਲ ਦੇ ਵਿੱਚ ਸ਼ਰਾਬ ਨੂੰ ਲੈ ਕੇ, ਇਸ ਦੀ ਵਿਕਰੀ ਨੂੰ ਲੈ ਕੇ ਕਰੀਬ 1800 ਕਰੋੜ ਰੁਪਏ ਦਾ ਘਾਟਾ ਪਿਆ ਹੈ। ਤਾਂ ਇਸ ਬਾਬਤ ਕਿਤੇ ਇੱਕ ਮੀਟਿੰਗ ਦੇ ਵਿੱਚ ਜੋ ਚੀਫ ਸੈਕਟਰੀ ਨੇ ਕਰਨ ਅਵਤਾਰ ਸਿੰਘ ਹੋਣੀ, ਉਹਨਾਂ ਆਖ ਦਿੱਤਾ ਕਿ ਵੀ ਕਿੰਨਾ ਕੰਮ ਜਿਹੜਾ ਹੈ ਡਿਸਟਿਲਰੀਆਂ ਦਾ ਔਰ ਠੇਕਿਆਂ ਦਾ ਔਰ ਉਹ ਜਾਂ ਕਿਤੇ ਸਮਗਲਿੰਗ ਦਾ ਜ਼ਿਕਰ ਵੀ ਸ਼ਾਇਦ ਹੋਇਆ, ਤਾਂ ਉਹ ਕੰਮ ਦੇ ਜਿਹੜਾ ਹੈ ਉਹ ਮੰਤਰੀਆਂ ਔਰ ਵਿਧਾਇਕਾਂ ਦੇ ਹੱਥ ਵਿੱਚ ਹੈ। ਤੇ ਉਹ ਕਿਤੇ ਇੱਕ ਤਰ੍ਹਾਂ ਦੀ ਇੱਕ ਦੂਜੇ 'ਤੇ ਨਾ ਇਲਜ਼ਾਮ ਜੋ ਹੈ ਲੱਗਣ ਲੱਗੇ, ਤੇ ਗੱਲ ਕਿਤੇ ਬਹੁਤ ਜ਼ਿਆਦਾ ਵੱਧ ਗਈ। ਤੇ ਇਹ ਵੀ ਨਾਲ ਸੀ ਕਿ ਜਿਹੜੀ ਪਾਲਿਸੀ ਜਿੱਥੋਂ ਜਿਹੜੀ ਮੀਟਿੰਗ 'ਚੋਂ ਬਾਈਕਾਟ ਕੀਤਾ ਸੀ ਮਨਪ੍ਰੀਤ ਬਾਦਲ ਤੇ ਚੰਨੀ ਹੋਰਾਂ ਨੇ, ਉਸ ਜਿਹੜੀ ਪਾਲਿਸੀ ਸੀ ਠੇਕਿਆਂ ਨੂੰ ਲੈ ਕੇ, ਉਹ ਕਈ ਕਾਂਗਰਸੀ ਆਗੂਆਂ ਨੇ ਆਪ ਇਹਨਾਂ 'ਤੇ ਇਲਜ਼ਾਮ ਲਗਾਤੇ ਕਿ ਇਹਨਾਂ ਨੇ ਜੋ ਇਹ ਪਾਲਿਸੀ, ਇਹ ਨੀਤੀ ਇਸ ਵਰੇ ਲਈ ਤਿਆਰ ਕੀਤੀ ਹੈ, ਇਸ ਮਾਲੀ ਵਰੇ ਲਈ, ਇਹਦੇ ਵਿੱਚ ਇਸ ਤਰ੍ਹਾਂ ਤਿਆਰ ਕੀਤੀ ਗਈ ਜਿਹਦੇ ਵਿੱਚ ਇਹਨਾਂ ਦੇ ਬੇਟੇ ਨੂੰ ਫਾਇਦਾ ਹੋ ਸਕੇ। ਉਹ ਆਪ ਸ਼ਰਾਬ ਦੇ ਕਾਰੋਬਾਰ ਵਿੱਚ ਲੱਗਿਆ ਹੋਇਆ ਹੈ। ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ। ਜਿਹੜੀ ਹੁਣ ਬੁੱਧਵਾਰ ਮੀਟਿੰਗ ਹੋ ਕੇ ਹਟੀ ਹੈ ਉਹਦੇ ਵਿੱਚ ਉਹਨਾਂ ਇਹ ਗੱਲ ਵੀ ਆਖੀ ਹੈ, ਲਿਖ ਕੇ ਦਿੱਤਾ ਵੀ ਮੇਰਾ ਇਸ ਕਾਰੋਬਾਰ ਦੇ ਨਾਲ, ਮੇਰੇ ਬੇਟੇ ਦੇ ਇਸ ਕਾਰੋਬਾਰ ਨਾਲ ਕੋਈ ਤਾਲੁਕ ਨਹੀਂ ਹੈ। ਔਰ ਨਾਲ ਹੀ ਉਹਨਾਂ ਨੇ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਸੀਐਮ ਸਾਹਿਬ ਨੇ ਕਿਹਾ, ਚੀਫ ਮਿਨਿਸਟਰ ਸਾਹਿਬ ਨੇ ਕਿ ਪਹਿਲਾਂ ਮੁਖਾਤਬ ਹੋਣਗੇ ਚੀਫ ਸੈਕਟਰੀ ਹੋਣੀ, ਤਾਂ ਉਹਨੇ ਬਿਗਿਨਿੰਗ ਦੇ ਵਿੱਚ, ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਆਪਣੇ ਵਰਤਾਰੇ ਨੂੰ ਲੈ ਕੇ ਸਾਰਿਆਂ ਕੋਲੋਂ ਰਸਮੀ ਤੌਰ ਤੇ ਮਾਫੀ ਮੰਗ ਲਈ। ਤੇ ਜਿਸ ਦੇ ਨਾਲ 2-3 ਮਿੰਟ ਦੇ ਵਿੱਚ ਇਹ ਗੱਲ ਮੁੱਕਦੀ ਹੋਈ ਤਾਂ ਉਹਦੇ ਬਾਅਦ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਰ ਮੁੱਦੇ ਵਿਚਾਰਨ ਵਾਸਤੇ ਸ਼ੁਰੂ ਹੋ ਗਈ। ਜਿਵੇਂ ਕਿ ਮੈਂ ਬਿਗਨਿੰਗ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ, ਕਈ ਫੈਸਲੇ ਲਿੱਤੇ ਗਏ, ਜਿਵੇਂ MBBS ਦੀ ਫੀਸ ਵਧਾਉਣ ਨੂੰ ਲੈ ਕੇ ਹੈ। ਤੋ ਇਸ ਮੁੱਦੇ ਬਾਰੇ ਜਦੋਂ ਬਾਅਦ ਦੇ ਵਿੱਚ ਕੈਬਨਿਟ ਮੰਤਰੀ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਇਸ ਮੁੱਦੇ ਨੂੰ ਲੈ ਕੇ ਕੀ ਹੋਇਆ, ਤਾਂ ਉਹਨਾਂ ਆਖਿਆ ਕਿ ਇੱਕ ਮੁੱਦਾ ਖਤਮ ਹੋ ਗਿਆ। ਉਹ 3 ਵਾਰ ਮਾਫੀ ਮੰਗ ਚੁੱਕੇ ਸਨ। ਪਹਿਲੋਂ ਉਹਨਾਂ ਨੇ ਬਾਹਰ ਆ ਕੇ ਮੇਰੇ ਕੋਲੋਂ ਇਕੱਲਿਆਂ ਮਾਫੀ ਮੰਗੀ ਸੀ। ਮੁੜ ਕੇ ਜਦੋਂ ਮਨਪ੍ਰੀਤ ਬਾਦਲ ਹੋਰਾਂ ਦੇ ਪਿਤਾ ਜੀ ਚੱਲ ਵਸੇ ਸਨ ਪਿੱਛੇ, ਤਾਂ ਕਹਿੰਦੇ ਉਹਨਾਂ ਦੇ ਘਰ ਆਏ ਤਾਂ ਵੀ ਉਹਨਾਂ ਨੇ ਅਪੋਲੋਜਾਈਜ਼ ਕੀਤਾ, ਮਾਫੀ ਮੰਗੀ ਸੀ। ਹੁਣ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਕੈਬਨਿਟ ਦੇ ਵਿੱਚ 3ਜੀ ਵਾਰ ਮਾਫੀ ਮੰਗ ਲਈ ਹੈ ਔਰ ਆਖਿਆ ਹੈ ਕਿ ਉਹਨਾਂ ਦਾ ਜਿਹੜਾ ਵਰਤਾਰਾ ਜਿਸ ਕਰਕੇ ਸਾਰਿਆਂ ਨੂੰ ਇਤਰਾਜ਼ ਹੋਇਆ ਹੈ ਉਹ ਦੁਹਰਾਇਆ ਨਹੀਂ ਜਾਏਗਾ। ਤੇ ਜੇ ਹੁਣ
ਅਸੀਂ ਇਸ ਗੱਲ ਨੂੰ ਕਬੂਲ ਨਹੀਂ ਕਰਦੇ, ਇਸ ਮਾਫੀ ਨੂੰ ਕਬੂਲ ਨਹੀਂ ਕਰਦੇ, ਤਾਂ ਫਿਰ ਸਾਨੂੰ ਦੁਨੀਆ ਹੰਕਾਰੀ ਕਹੇਗੀ, ਐਰੋਗੈਂਟ ਕਹੇਗੀ। ਸੋ ਇਸ ਮਾਮਲੇ ਨੂੰ ਹੁਣ ਖਤਮ ਸਮਝਿਆ ਜਾਵੇ। ਗਰਮੀ ਦਾ ਮੌਸਮ ਹੈ ਜੀ, ਗਰਮੀ ਦੀ ਗੱਲ ਕਰਦੇ ਹਾਂ। ਇਸ ਵਾਰ ਕਰਦੇ ਜਿਹੜਾ ਥੋੜਾ ਮੌਸਮ, ਸਰਦੀ ਦਾ ਮੌਸਮ ਸੀ, ਥੋੜਾ ਲੰਮੇਰਾ ਹੋ ਗਿਆ। ਔਰ ਜਦੋਂ ਮੌਸਮ ਬਦਲਦਾ ਹੈ, ਟੈਂਪਰੇਚਰ ਵਧਣੇ ਸ਼ੁਰੂ ਹੋਏ, ਤਾਂ ਵੀ ਮਾਰਚ ਤੋਂ ਬਾਅਦ ਈਵਨ ਅਪ੍ਰੈਲ ਮਹੀਨੇ ਤੱਕ ਵੀ ਵਿੱਚ ਲੋਕਾਂ ਨੂੰ ਬੜਾ ਸਕੂਨ ਦਾ ਸਮਾਂ ਮਿਲਦਾ ਰਿਹਾ। ਔਰ ਚਾਹ ਤਾਂ ਲੋਕ ਇਹ ਰਹੇ ਹੁੰਦੇ ਨੇ ਕਿ ਇਹ ਮੌਸਮ ਐਂ ਹੀ ਚੱਲਦਾ ਰਹੇ, ਪਰ ਕੁਦਰਤ ਦੇ ਆਪਣੇ ਚੱਕਰ ਹਨ। ਬਸੰਤ ਵੀ ਆਉਣੀ ਹੈ, ਗਰਮੀ ਵੀ ਆਉਣੀ ਹੈ, ਸਰਦੀ ਵੀ ਆਉਣੀ ਹੈ, ਬਾਰਿਸ਼ਾਂ ਵੀ ਹੋਣੀਆਂ ਹਨ। ਤਾਂ ਇਹ ਗਰਮੀ ਦੇ ਦਿਨ ਹੈ। ਤਾਂ ਗਰਮੀ ਦੀ ਗੱਲ ਕਰਦਿਆਂ ਗੱਲ ਇਹ ਕਹਿਣੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਗਰਮੀ ਨੇ ਬੀਤੇ ਸਾਰੇ ਸਮਿਆਂ ਦੇ, ਜਾਂ ਸਾਰੇ ਨਹੀਂ ਤਾਂ ਬਹੁਤ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਬੜੀ ਤਪਸ਼ ਹੈ, ਬੜੀ ਜ਼ਿਆਦਾ ਲੂ ਚੱਲ ਰਹੀ ਹੈ। ਖੁੱਲੇ ਅਸਮਾਨ ਦੇ ਥੱਲੇ ਚੱਲਦਿਆਂ ਅੱਖਾਂ ਖੋਲ੍ਹਣੀਆਂ ਮੁਸ਼ਕਲ ਹਨ। ਲੋਕਾਂ ਨੇ ਸਿਰ ਮੂੰਹ ਢੱਕੇ ਹੋਏ ਨੇ, ਕਿਸ ਨੇ ਛਾਤਾ ਲਿਆਇਆ ਹੋਇਆ ਹੈ। ਛਾਤਾ ਬਾਰਿਸ਼ਾਂ 'ਚ ਹੁੰਦਾ ਜਾਂ ਜਹੀ ਅੱਤ ਦੀ ਗਰਮੀ 'ਚ ਹੁੰਦਾ, ਕਿ ਕਿਤੇ ਸਿਹਤ ਤੰਦਰੁਸਤ ਰਵੇ, ਕਿਤੇ ਵਾਕਈ ਕਿਤੇ ਕੁਝ ਹੋਰ ਨਾ ਹੋ ਜਾਵੇ। ਤਾਂ ਜਿੰਨਾ ਬਚ ਕੇ ਚੱਲਿਆ ਜਾਵੇ। ਲੋਕ ਸਾਰੇ ਫਿਰ ਉਪਰਾਲੇ ਕਰਦੇ ਹਨ ਕਿ ਬਾਹਰ ਘੱਟ ਨਿਕਲੋ। ਹੋ ਦੁਪਹਿਰ ਦੇ ਟਾਈਮ ਡਾਕਟਰ ਸਾਹਿਬ ਵੀ ਕਹਿੰਦੇ ਨੇ ਅਵੋਇਡ ਕਰੋ। ਜਦੋਂ ਮੈਂ ਰਿਕਾਰਡ ਟੁੱਟਣ ਦੀ ਗੱਲ ਕਰਦਾ ਤਾਂ ਉਹ ਬੁੱਧਵਾਰ ਵਾਲੇ ਦਿਨ ਬਠਿੰਡਾ ਦੇ ਵਿੱਚ 47.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਸੋ ਅਨੇਕ ਵਰਿਆਂ ਦਾ ਰਿਕਾਰਡ ਹੈ। ਜੇ ਅਸੀਂ ਪਿੱਛੇ ਜਾ ਕੇ ਵੇਖੀਏ ਤਾਂ 2010 ਦੇ ਵਿੱਚ 47 ਡਿਗਰੀ ਟੈਂਪਰੇਚਰ ਇੱਥੇ ਹੋਇਆ ਸੀ। ਫਿਰ ਇਸ ਤੋਂ ਬਾਅਦ 2014 ਦੇ ਵਿੱਚ ਜਿਹੜਾ ਬਹੁਤ ਉਚਲਾ ਤਾਪਮਾਨ ਹੈ 47.2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਤੇ ਹੁਣ ਬੁੱਧਵਾਰ ਇਹ ਪਿਛਲੇ ਰਿਕਾਰਡ ਵੀ ਟੁੱਟ ਗਏ ਤੇ ਟੈਂਪਰੇਚਰ 47.5। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਟੈਂਪਰੇਚਰ ਜੋ ਹੈ 43 ਤੋਂ ਲੈ ਕੇ 45 ਡਿਗਰੀ ਸੈਲਸੀਅਸ ਦੇ ਵਿੱਚ ਚੱਲ ਰਿਹਾ ਹੈ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ, ਕਿ ਜਿੱਥੇ ਜ਼ਿਆਦਾ ਗਰਮੀ ਪੈਂਦੀ ਹੈ, ਰੇਗਿਸਤਾਨ ਹੈ, ਕਈ ਜ਼ਿਲ੍ਹਿਆਂ ਨੂੰ ਮਾਤ ਦਿੱਤੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਰਾਜਸਥਾਨ ਦੇ ਇੱਕ ਚੂਰੂ ਜ਼ਿਲ੍ਹੇ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਵੀ ਦੱਸਦੇ ਹਨ ਕਿ 1-2 ਦਿਨਾਂ ਦੇ ਵਿੱਚ ਥੋੜੀ ਰਾਹਤ ਮਿਲ ਸਕਦੀ ਹੈ ਗਰਮੀ ਤੋਂ, ਲੇਕਿਨ ਜ਼ਿਆਦਾ ਤੌਰ ਤੇ ਕਿਉਂਕਿ ਮਈ ਦਾ ਮਹੀਨਾ ਹੈ ਤੇ ਇਹ ਗਰਮੀ ਦਾ ਜੋ ਇਹ ਹੈ ਮੌਸਮ ਹੈ, ਜੋ ਇਹ ਗਰਮੀ ਜੋ ਹੈ ਸਾਨੂੰ ਅਜੇ ਕਾਫੀ ਸਮਾਂ 1-1.5 ਮਹੀਨਾ 2 ਮਹੀਨੇ ਚੱਲਣੀ ਪੈਣੀ ਹੈ। ਉਹ ਵੱਖਰੀ ਗੱਲ ਹੈ। ਉਹਦੇ ਬਾਅਦ ਦੇ ਵਿੱਚ ਟੈਂਪਰੇਚਰ ਥੱਲੇ ਆ ਜਾਂਦੇ ਨੇ, ਲੇਕਿਨ ਬਾਰਿਸ਼ਾਂ ਦੇ ਮੌਸਮਾਂ ਦੇ ਵਿੱਚ ਫਿਰ ਹਿਊਮਿਡਿਟੀ ਬਹੁਤ ਵੱਧ ਜਾਂਦੀ ਹੈ, ਹੁਮਸ ਬਹੁਤ ਹੋ ਜਾਂਦਾ ਹੈ ਤੇ ਰਾਹਤ ਜੋ ਹੈ ਜਾ ਕੇ ਫਿਰ ਉਹ ਹੀ ਕਿਤੇ ਜਾ ਕੇ ਅਕਤੂਬਰ ਦੇ ਵਿੱਚ ਮਿਲਣੀ ਹੁੰਦੀ ਹੈ। ਫਿਲਹਾਲ ਸਾਨੂੰ ਸਾਰਿਆਂ ਨੂੰ ਇੱਥੇ ਪੰਜਾਬ ਦੇ ਵਿੱਚ ਗਰਮੀ ਦੇ ਨਾਲ ਰਹਿਣਾ ਪੈਣਾ ਹੈ। ਔਰ ਮੈਂ ਵੀ ਦੇਖਣਾ ਹੈ ਕਿ ਜਿਸ ਵੇਲੇ ਮੇਰੀ ਰਿਕਾਰਡਿੰਗ ਚੱਲ ਰਹੀ ਹੈ ਤੇ ਮਸਾ ਜਿਹੜਾ ਸਾਡਾ ਸਟੂਡੀਓ ਹੈ ਉਹ ਠੰਡਾ ਹੋਇਆ ਸੀ ਤੇ ਸਟੂਡੀਓ ਹੈ ਇਹਦੇ ਵਿੱਚ ਬੈਠੇ ਬੈਠੇ ਮੈਂ ਮਹਿਸੂਸ ਕਰ ਰਿਹਾ ਕਿ ਪਿੱਛੇ ਪਤਾ ਨਹੀਂ ਕੀ ਕਾਰਨ ਵਾਪਰਿਆ ਹੈ। ਸ਼ਾਇਦ ਲਾਈਟਸ ਨਹੀਂ ਗਈਆਂ ਕਿਉਂਕਿ ਲਾਈਟਸ ਔਨ ਨੇ ਔਰ AC ਮੇਰਾ ਜੋ ਹੈ ਬੰਦ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਬੜੀ ਸ਼ਰਧਾ ਤੇ ਸਾਦਗੀ ਦੇ ਨਾਲ ਮਨਾਇਆ ਗਿਆ। ਸਮੁੱਚੀਆਂ ਸੰਗਤਾਂ ਵੱਲੋਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼੍ਰੀ ਰਾਮਸਰ ਦੇ ਵਿੱਚ ਜਿਹੜੇ ਸਮਾਗਮ ਸਨ, ਉੱਥੇ ਅਖੰਡ ਪਾਠ ਦੇ ਭੋਗ ਪਾਏ ਗਏ ਔਰ ਗੁਰਬਾਣੀ ਦਾ ਕੀਰਤਨ ਵੀ ਹੋਇਆ। ਤੋ ਇਸ ਵਾਰ ਦਾ ਇੱਕ ਇਹ ਵੀ ਸੀ ਕਿ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਇਸ ਵਾਰ ਸੰਗਤਾਂ ਥੋੜ੍ਹੀਆਂ ਘੱਟ ਵੇਖਣ ਨੂੰ ਮਿਲੀਆਂ। ਖਾਸ ਤੌਰ 'ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਗੋਬਿੰਦ ਸਿੰਘ ਲੌਂਗੋਵਾਲ ਹੋਰੀ, ਔਰ ਜੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਹਨ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਅਪੀਲ ਕਰ ਰੱਖੀ ਸੀ ਸੰਗਤਾਂ ਨੂੰ ਕਿ ਜੋ ਹੈ ਆਪਣੀ ਸ਼ਰਧਾ ਦਾ ਇਜ਼ਹਾਰ ਜੋ ਹੈ ਉਹ ਘਰ ਬੈਠ ਕੇ ਹੀ ਕੀਤਾ ਜਾਵੇ, ਕਿਉਂਕਿ ਕਰੋਨਾ ਦੇ ਦਿਨ ਹਨ। ਤੋਂ ਇਸ ਪਿੱਛੇ ਸਮੁੱਚੀ ਸਾਧ ਸੰਗਤ ਨੂੰ ਪਹਿਲੇ ਵੀ ਸਮਿਆਂ ਤੋਂ ਅਪੀਲ ਹੈ, 1.5 ਮਹੀਨਾ ਪਹਿਲਾਂ ਵੀ ਹੋ ਰਹੀ ਸੀ ਕਿ ਵੀ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ। ਤੋ ਲੇਕਿਨ ਇਹ ਵੀ ਗੱਲ ਹੈ, ਇੱਕ ਰਿਪੋਰਟ ਜਿਹੜੀ ਹੈ ਉਹ ਮੈਂ ਦੇਖ ਰਿਹਾ ਸੀ ਵੀਡੀਓ, ਹੋ ਸਕਦਾ ਹੈ ਉਹ ਸੱਚੀ ਹੋਣੀ ਚਾਹੀਦੀ ਹੈ, ਕਿ ਉਹਦੇ ਵਿੱਚ ਇਹ ਦਿਖਾਇਆ ਜਾ ਰਿਹਾ ਸੀ ਕਿ ਭਾਵੇਂ ਥੋੜ੍ਹੀਆਂ ਸੰਗਤਾਂ ਆਈਆਂ ਨੇ ਲੇਕਿਨ ਬੈਰੀਕੇਡ ਲਗਾਏ ਹੋਏ ਨੇ ਦਰਬਾਰ ਸਾਹਿਬ ਦੇ ਪਹਿਲੋਂ ਲਾਂਘੇ ਦੇ ਵਿੱਚ, ਇਸੇ ਗੱਲ ਕਰਕੇ ਕਿ ਕੋਈ ਬਹੁਤ ਭੀੜ ਭੜੱਕਾ ਨਾ ਹੋਵੇ। ਉੱਥੇ ਲੋਕ ਬੈਰੀਕੇਡ ਟੱਪ ਕੇ ਤੋੜ ਕੇ ਉਥਮ ਗੁੱਥਾ ਹੋ ਕੇ ਇੱਕਦਮ ਤੇਜ਼ੀ ਦੇ ਨਾਲ ਅੰਦਰ ਜਾ ਰਹੇ ਹਨ ਔਰ ਮਤਲਬ ਸਾਰੇ ਨਿਯਮ ਅਸੂਲ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਅੰਦਰ ਉਹਨਾਂ ਰਸ਼ ਨਾ ਹੋਵੇ, ਲੇਕਿਨ ਉਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ। ਕਿਤੇ ਇੱਕ ਪਾਸਿਓਂ SGPC ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਹੈ
ਕਿ ਸਮਾਜਿਕ ਦੂਰੀਆਂ ਜੇ ਨਹੀਂ ਤਾਂ ਮਤਲਬ ਜਿਸਮਾਨੀ ਦੂਰੀਆਂ ਬਣਾ ਕੇ ਰੱਖੇ ਜਾਣ। ਤੇ ਉਸ ਵੀਡੀਓ ਦੇ ਵਿੱਚ ਪੁਲਿਸ ਵਾਲੇ ਹਨ ਔਰ ਪੁਲਿਸ ਵਾਲੇ ਲੋਕਾਂ ਨੂੰ ਤਰਲੇ ਮਿੰਨਤਾਂ ਕਰ ਰਹੇ ਹਨ, ਅਪੀਲ ਕਰ ਰਹੇ ਹਨ, ਕੋਈ ਨਹੀਂ ਸੁਣ ਰਿਹਾ। ਔਰ ਪੁਲਿਸ ਵਾਲੇ ਆਪਣਾ ਵੀ ਇੱਕ ਰਸਮੀ ਬਿਆਨ ਦੇ ਰਹੇ ਹਨ ਕਿ ਵੀ ਅਸੀਂ ਤਾਂ ਆਪਣੇ ਵੱਲੋਂ ਇਹੋ ਜਿਹੇ ਮੌਕੇ 'ਤੇ ਕੀ ਕਰ ਸਕਦੇ ਹਾਂ। ਤੇ ਲੋਕਾਂ ਨੂੰ ਥੋੜ੍ਹਾ ਆਪ ਸੋਚਣਾ ਪਏਗਾ। ਨਹੀਂ ਤਾਂ ਗੱਲ ਕਹਿਣ ਦੀ ਇਹ ਹੈ ਕਿ ਅਸੀਂ ਹੁਣ ਲਾਕਡਾਊਨ ਖੋਲ੍ਹਿਆ ਹੈ ਪੰਜਾਬ ਦੇ ਵਿੱਚ, ਸਮੁੱਚੇ ਦੇਸ਼ ਦੇ ਵਿੱਚ, ਤੇ 15-20 ਦਿਨਾਂ ਦੇ ਬਾਅਦ ਸਾਨੂੰ ਇਹ ਪਤਾ ਲੱਗਣਾ ਹੈ ਕਿ ਕੀ ਇਸ ਲਾਕਡਾਊਨ ਦਾ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ, ਲੋਕਾਂ ਨੇ ਕਿਤੇ ਵਾਇਰਸ ਦੀ ਜ਼ਦ ਵਿੱਚ ਤਾਂ ਨਹੀਂ ਆ ਗਏ। ਕਿਉਂਕਿ ਇਹਦਾ ਅਸਰ ਹੋਣ 'ਚ ਕੁਝ ਦਿਨ ਲੱਗਣਗੇ, ਬਾਅਦ 'ਚ ਪਤਾ ਲੱਗੂਗਾ। ਲੇਕਿਨ ਆਉਂ ਲੱਗਦਾ ਹੈ ਕਿ ਜੇ ਲੋਕਾਂ ਦਾ ਵਤੀਰਾ ਅਜਿਹਾ ਰਹਿੰਦਾ ਹੈ ਤੇ ਜ਼ਾਹਰਾ ਤੌਰ 'ਤੇ ਆਉਣ ਵਾਲੇ ਦਿਨ ਸਾਰੇ ਬੜੇ ਮੁਸ਼ਕਿਲ ਵਾਲੇ, ਔਖੇ, ਕਠਿਨ ਹੋ ਸਕਦੇ ਹਨ। ਇੱਥੇ ਨਾਲ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਹਾਂ ਕਿ UK ਦੇ ਵਿੱਚ, ਇੰਗਲੈਂਡ ਦੇ ਵਿੱਚ ਜਿਹੜਾ ਡਰਬੀ ਸ਼ਹਿਰ ਹੈ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਗੁਰਦੁਆਰਾ ਹੈ। ਤੇ ਉੱਥੇ 2-3 ਦਿਨ ਪਹਿਲੋਂ ਬੜੀ ਮੰਦਭਾਗੀ ਵਾਰਦਾਤ ਹੋਈ ਹੈ। ਕਿਸੇ ਇੱਕ ਦੱਸਦੇ ਪਾਕਿਸਤਾਨੀ ਨੇ ਉੱਥੇ ਉਸ ਗੁਰਦੁਆਰੇ 'ਚ ਜਾ ਕੇ ਭੰਨ-ਤੋੜ ਕੀਤੀ ਔਰ ਹਜ਼ਾਰਾਂ ਪਾਉਂਡਾਂ ਦਾ, ਹਜ਼ਾਰਾਂ ਡਾਲਰਾਂ ਦਾ ਜੋ ਉਸਨੇ ਹੈ ਨੁਕਸਾਨ ਕੀਤਾ। ਤੋ SGPC ਦੇ ਪ੍ਰਧਾਨ ਲੌਂਗੋਵਾਲ ਹੋਰਾਂ ਨੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ, ਦੋਹਾਂ ਨੇ ਜੋ ਹੈ ਉਹ ਯੂਨਾਈਟਿਡ ਕਿੰਗਡਮ UK ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀ ਔਰ ਸਿੱਖਾਂ ਦੇ ਗੁਰਧਾਮਾਂ ਦੀ ਰਾਖੀ ਨੂੰ ਯਕੀਨੀ ਬਣਾਉਣ। ਔਰ ਉਹਨਾਂ ਨੇ ਇਸ ਘਟਨਾ ਦੀ, ਇਸ ਵਾਰਦਾਤ ਦੀ ਵੱਡੀ ਨਿੰਦਾ ਵੀ ਕੀਤੀ ਹੈ। ਸੋ ਆਖਿਰ ਦੇ ਵਿੱਚ ਕਰੋਨਾ ਬਾਬਤ ਗੱਲਬਾਤ ਕਰਦੇ ਹਾਂ, ਪੰਜਾਬ ਬਾਰੇ, ਦੇਸ਼ ਬਾਰੇ, ਦੁਨੀਆ ਬਾਰੇ। ਕਰੋਨਾ ਵਾਇਰਸ ਲੈ ਕੇ ਪੰਜਾਬ ਬੀਤੇ ਕਾਫੀ ਦਿਨਾਂ ਤੋਂ ਕਾਫੀ ਸੰਭਲ ਗਿਆ ਸੀ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਜ਼ਿਕਰ ਕੀਤਾ ਸੀ ਕਿ 6 ਪੰਜਾਬ ਦੇ ਜ਼ਿਲ੍ਹੇ ਜੋ ਨੇ ਉਹ ਕੋਰੋਨਾ ਮੁਕਤ ਹੋ ਗਏ ਹਨ। ਇੱਕਦਮ ਕੇਸ ਵਧੇ ਸਨ ਔਰ ਇੱਕਦਮ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਰਿਪੋਰਟ ਆਈਆਂ ਕਿ ਲੋਕ ਠੀਕ ਹੋ ਕੇ ਕੁਆਰੰਟੀਨ 'ਚ ਰੱਖੇ ਗਏ ਸਨ, ਘਰਾਂ ਨੂੰ ਵਾਪਸ ਪਰਤ ਰਹੇ ਹਨ। ਤੋ ਬੁੱਧਵਾਰ ਵਾਲੇ ਦਿਨ ਜਿਵੇਂ 33 ਨਵੇਂ ਕੇਸ ਰਿਪੋਰਟ ਹੋਏ ਹਨ ਇੱਕਦਮ ਬੁੱਧਵਾਰ ਵਾਲੇ ਦਿਨ, ਤੇ ਵੀਰਵਾਰ ਦੀ ਗੱਲ ਹੋਰ ਹੈ ਤੇ ਇਹ ਇੱਕਦਮ 33 ਕੇਸ ਵਿੱਚ ਥੋੜ੍ਹਾ ਕਰਕੇ ਆ ਰਿਹਾ ਸੀ। ਕਰੀਬ 100 ਕੁਝ ਲੋਕ ਰਹਿ ਗਏ ਸਨ ਜਿਹੜੇ ਐਕਟਿਵ ਪੋਜ਼ਿਟਿਵ ਕੇਸਿਸ ਹਨ। ਇਸ ਤਰ੍ਹਾਂ ਹੁਣ ਇਹਨਾਂ 'ਚੋਂ ਅੰਮ੍ਰਿਤਸਰ ਦੇ ਵਿੱਚ ਇੱਕਦਮ ਬਹੁਤ ਰਫਤਾਰ ਨਾਲ ਕੇਸ ਆਏ, 16 ਕੇਸ ਆਏ ਹਨ, ਵਿੱਚ ਅੱਜ ਕੱਲ੍ਹ ਲੋਕਾਂ ਦੇ ਮਨਾਂ ਵਿੱਚ ਇਹ ਅਫਵਾਹਾਂ ਫੈਲਦੀਆਂ ਹਨ। ਜਿਸ ਤਰ੍ਹਾਂ ਮੈਂ ਪਿੱਛੇ ਸੇ ਦਰਬਾਰ ਸਾਹਿਬ ਨੂੰ ਲੈ ਕੇ ਮਹਾਰਾਸ਼ਟਰ ਦਾ ਜ਼ਿਕਰ ਕੀਤਾ, ਤਾਂ ਜਿੱਦਾਂ ਇੱਕਦਮ ਇਹ ਨਵੇਂ ਕੇਸ ਆਏ ਨੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ, ਹੁਣ ਅੱਗੋਂ ਕੀ ਹੋਣਾ ਹੈ। ਲੇਕਿਨ ਕਿਤੇ ਲੋਕਾਂ ਦੇ ਮਨ ਵਿੱਚ ਭੈ ਪੈਦਾ ਹੋ ਰਿਹਾ ਹੈ ਕਿ ਕਿਤੇ ਕਰਫਿਊ ਫੇਰ ਆਇਦ ਨਾ ਕਰ ਦਿੱਤਾ ਜਾਵੇ। ਤੋ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ 2 ਕੇਸ ਆਏ ਨੇ, ਪਟਿਆਲਾ ਦੇ ਵਿੱਚ 7 ਨਵੇਂ ਕੇਸ ਆਏ ਨੇ। ਪੰਜਾਬ ਦੇ ਵਿੱਚ ਹੁਣ ਤੱਕ 75,000 ਤੋਂ ਵੱਧ ਟੈਸਟਿੰਗ ਹੋ ਚੁੱਕੀ ਹੈ, 75,000 ਤੋਂ ਵੱਧ ਟੈਸਟ ਹੋ ਚੁੱਕੇ ਹਨ। ਔਰ ਇਹਨਾਂ 'ਚੋਂ ਪੋਜ਼ੀਟਿਵ ਕੇਸ ਜਿਹੜੇ ਪਾਏ ਗਏ ਸਨ 2150 ਸਨ। ਬਹੁਤੇ ਲੋਕ ਘਰਾਂ ਨੂੰ ਜਾ ਚੁੱਕੇ ਹਨ ਕੁਆਰੰਟੀਨ ਸੈਂਟਰਾਂ ਤੋਂ। ਔਰ 40 ਮੌਤਾਂ ਜੋ ਹੈ ਹੁਣ ਤੱਕ ਪੰਜਾਬ ਦੇ ਵਿੱਚ ਇਸ ਮਹਾਮਾਰੀ ਕਾਰਨ ਹੋਈਆਂ ਹਨ। ਤੋ ਭਾਰਤ ਦੇ ਵਿੱਚ ਹੁਣ ਤੱਕ ਜਿਹੜੇ ਮੁਤਾਸਰ ਲੋਕ ਹਨ ਵਾਇਰਸ ਤੋਂ, ਇਹ ਰਿਕਾਰਡਿੰਗ ਥੋੜ੍ਹੀ ਜਿਹੀ ਅਸੀਂ ਕੁਝ ਖਾਸ ਵਜੂਹਾਤ ਕਰਕੇ ਇੱਕ ਦਿਨ ਪਹਿਲੋਂ ਕਰ ਰਹੇ ਹਾਂ। ਤਾਂ ਜਦੋਂ ਪ੍ਰੋਗਰਾਮ ਟੈਲੀਕਾਸਟ ਹੋਏਗਾ ਉਹ ਦੇਸ਼ ਨੂੰ ਲੈ ਕੇ, ਵਰਲਡ ਨੂੰ ਲੈ ਕੇ, ਅਮਰੀਕਾ ਨੂੰ ਲੈ ਕੇ ਹੋ ਸਕਦਾ ਗਿਣਤੀ ਜ਼ਿਆਦਾ ਤੌਰ 'ਤੇ ਜਿਵੇਂ ਅਸੀਂ ਦੇਖਦੇ ਆ ਰਹੇ ਹਾਂ ਉਹ ਵੱਧ ਗਈ ਹੋਵੇਗੀ। ਤੋ ਭਾਰਤ ਦੇ ਵਿੱਚ 1,60,000 ਤੋਂ ਉੱਪਰ ਜੋ ਹੈ ਪੋਜ਼ੀਟਿਵ ਕੋਰੋਨਾ ਦੇ ਕੇਸ ਜਿਹੜੇ ਹਨ ਉਹ ਹੁਣ ਤੱਕ ਹੋ ਗਏ ਹਨ। ਮੌਤਾਂ ਦੀ ਗਿਣਤੀ ਜੋ ਹੈ ਉਹ ਵੀ ਵੱਧ ਰਹੀ ਹੈ। 4500 ਲੋਕਾਂ ਦੀਆਂ ਜਾਨਾਂ ਇਸ ਵਾਇਰਸ ਕਰਕੇ ਜਾ ਚੁੱਕੀਆਂ ਹਨ। ਦੇਸ਼ ਦੇ ਵਿੱਚ ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਸੂਬਾ ਹੈ। ਮਹਾਰਾਸ਼ਟਰ ਦੇ ਵਿੱਚ ਮੁੰਬਈ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਜਦੋਂ ਅਸੀਂ ਮਹਾਰਾਸ਼ਟਰ ਤੇ ਮੁੰਬਈ ਦੀ ਗੱਲ ਕਰਦੇ ਹਾਂ ਤਾਂ ਫਿਲਮ ਐਕਟਰ ਸੋਨੂ ਸੂਦ ਅੱਜ ਕੱਲ੍ਹ ਖਾਸ ਸੁਰਖੀਆਂ ਦੇ ਵਿੱਚ ਹਨ, ਚਰਚਾ ਦੇ ਵਿੱਚ ਹਨ। ਇਹ ਵੱਖਰੀ ਗੱਲ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ PM ਕੇਅਰ ਫੰਡ ਇਸ ਵਾਸਤੇ ਖੋਲ੍ਹਿਆ ਗਿਆ ਵੀ ਲੋਕਾਂ ਕੋਲੋਂ ਮਦਦ ਦਿੱਤੀ ਜਾ ਸਕੇ, ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜਾ ਕੇਅਰ ਫੰਡ ਖੋਲ੍ਹਿਆ ਗਿਆ, ਤਾਂ ਅਕਸ਼ੇ ਕੁਮਾਰ ਖਬਰਾਂ ਵਿੱਚ ਸਨ, ਉਹਨਾਂ ਨੇ 25 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ। ਹੋਰਨਾਂ ਪਲੇਅਰਸ ਨੇ ਵੀ ਆਪੋ ਆਪਣੇ ਢੰਗ ਦੇ ਨਾਲ ਜੋ ਹੈ ਵੱਡੇ ਕੰਮ ਕੀਤੇ ਨੇ। ਸੋਨੂ ਸੂਦ ਹੋਰਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਤਾਂ ਉਹਨਾਂ ਦਾ ਇੱਕ ਆਪਣਾ ਹੋਟਲ ਹੈ ਖਾਸ ਇਲਾਕੇ ਦੇ ਵਿੱਚ, ਉੱਥੇ ਕਰੀਬ 24 ਤੋਂ ਲੈ ਕੇ 26 ਕਮਰੇ ਨੇ। ਉਹ ਹੋਟਲ ਉਹਨਾਂ ਨੇ ਮੈਡੀਕਲ ਸਟਾਫ ਜਿਹੜਾ ਹੈ ਵੱਖ ਹਸਪੀਟਲ 'ਚ ਆਸ-ਪਾਸ ਹੈ, ਜਿਨ੍ਹਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਸੀ ਘਰਾਂ ਨੂੰ, ਵੱਡੀਆਂ ਖਤਰਨਾਕ ਡਿਊਟੀਆਂ ਕਰਕੇ ਉਹ ਬੜੀ ਆਪਣੀ ਯੋਧਿਆ ਵਾਲਾ ਕੰਮ ਕਰ ਰਹੇ ਹਨ। ਤੇ ਉਹਨਾਂ ਨੇ ਆਪਣਾ ਹੋਟਲ ਮੈਡੀਕਲ ਡਾਕਟਰਸ, ਨਰਸਿਸ, ਹੋਰ ਟੈਕਨੀਕਲ ਸਟਾਫ ਜਾਂ ਫਿਰ ਪੁਲਿਸ ਕਰਮੀਆਂ ਵਾਸਤੇ ਖੋਲ੍ਹ ਦਿੱਤਾ ਸੀ। ਤੇ ਹੁਣ ਜਿਹੜੀ ਤਾਜ਼ਾ ਖਬਰ ਅਸੀਂ ਦੇਖ ਰਹੇ ਹਾਂ ਉਹ ਇਹ ਹੈ ਕਿ ਉਹ ਅਨੇਕ ਬੱਸਾਂ ਆਪਣੀ ਹਿੱਕ ਤੇ, ਆਪਣੇ ਜ਼ੋਰ ਤੇ
ਅਰੇਂਜ ਕਰਕੇ ਪ੍ਰਵਾਸੀ ਮਜ਼ਦੂਰਾਂ ਕਰਕੇ ਜਿਹੜੇ ਸੜਕਾਂ ਤੇ ਰੁਲਦੇ ਪਏ ਹਨ, ਜਿਨ੍ਹਾਂ ਨੂੰ ਟ੍ਰੇਨ ਦੇ ਵਿੱਚ ਜੇ ਥਾਂ ਨਹੀਂ ਮਿਲਦੀ ਪਈ, ਤਾਂ ਉਹ ਅਰੇਂਜ ਕਰਕੇ ਕਰਨਾਟਕ ਵਾਸਤੇ, ਯੂਪੀ, ਝਾਰਖੰਡ ਵਾਸਤੇ ਭੇਜ ਰਹੇ ਹਨ। ਔਰ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਬੜੀ ਤਾਰੀਫ ਹੋ ਰਹੀ ਹੈ। ਅਕਸ਼ੇ ਕੁਮਾਰ ਹੈ, ਰਿਤਿਕ ਰੋਸ਼ਨ ਹੈ, ਅਜੇ ਦੇਵਗਨ ਹੈ, ਰਾਜਕੁਮਾਰ ਰਾਓ ਹੈ, ਪਹਿਲੋਂ ਐਕਟਰਸ ਵੀ ਰਹੇ ਨੇ ਤੇ ਹੁਣ ਕੇਂਦਰੀ ਮੰਤਰੀ ਹਨ, ਸਮ੍ਰਿਤੀ ਇਰਾਨੀ ਹਨ। ਸਾਰੇ ਉਹਨਾਂ ਦੀ ਇਸ ਕੋਸ਼ਿਸ਼ ਦੀ, ਉਹਨਾਂ ਦੇ ਇਸ ਹਮਲੇ ਦੀ, ਇਹਨਾਂ ਦੀ ਬੜੀ ਵੱਡੀ ਡਾਢੀ ਤਾਰੀਫ ਕਰ ਰਹੇ ਹਨ। ਔਰ ਸਾਰੇ ਵੱਖ-ਵੱਖ ਟੈਲੀਵਿਜ਼ਨ ਚੈਨਲਸ 'ਤੇ ਉਹਨਾਂ ਦੇ ਇੰਟਰਵਿਊ ਦੇਖੇ ਜਾ ਰਹੇ ਹਨ, ਉਹਨਾਂ ਦੀ ਕਵਰੇਜ ਵੇਖੀ ਜਾ ਸਕਦੀ ਹੈ, ਕਿਵੇਂ ਬੱਸਿਸ ਅਰੇਂਜ ਕੀਤੀਆਂ ਜਾ ਰਹੀਆਂ, ਕਿਵੇਂ ਉਹਨਾਂ ਦੇ ਆਪਣੇ ਚਾਰਟਰਡ ਅਕਾਊਂਟੈਂਟ, ਉਹਨਾਂ ਦੇ ਹੋਰ ਸਟਾਫ ਦਿਨ ਰਾਤ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ। ਤੋ ਇੱਕ ਪੈਗਾਮ ਜਿਵੇਂ ਉਹਨੇ ਸਾਂਝਾ ਕੀਤਾ ਹੈ ਆਲੀਆ ਭੱਟ ਨੇ, ਤਾਂ ਉਸ ਪੈਗਾਮ ਦੇ ਵਿੱਚ ਉਹਨੇ ਆਪਣੀ ਫੋਟੋ ਸਾਂਝੀ ਕੀਤੀ ਹੋਈ ਹੈ, ਕਿਸੇ ਫਿਲਮ ਤੋਂ ਲਈ ਹੋਣੀ ਹੈ। ਅੱਗੇ ਫੋਟੋ ਅਸੀਂ ਦੇਖ ਰਹੇ ਹਾਂ ਪੇਪਰ ਦੇ ਵਿੱਚ, ਜਿਹੜੀ ਉਹਨਾਂ ਨੇ ਆਪਣੀ ਪੋਸਟ ਪਾਈ ਹੈ, ਤੇ ਉਹ ਉਹਦੇ ਵਿੱਚ ਆਪਣੀ ਉਹਦੀ ਰਵਾਸਾ ਜਿਹਾ ਚਿਹਰਾ ਹੈ, ਤੇ ਉੱਥੇ ਉਹ ਕਹਿ ਰਹੀ ਹੈ ਮੁਝੇ ਆਪਣੇ ਘਰ ਜਾਣਾ ਹੈ। ਤੇ ਅੱਗੇ ਦੂਸਰੀ ਤਸਵੀਰ ਦੇ ਵਿੱਚ ਜਿਵੇਂ ਸਟੀਅਰਿੰਗ ਤੇ ਸੋਨੂ ਨਿਗਮ ਬੈਠਾ ਹੋਇਆ, ਤੇ ਉਹਦੇ ਥੱਲੇ ਲਿਖਿਆ ਹੋਇਆ ਅਰੇ ਅਭੀ ਪਹੁੰਚਾ ਦੇਤਾ ਹੂੰ। तो इस तरह लोग अपने जज्बात सोनू निगम होना ਨੂੰ ਲੈ ਕੇ साझे कर रहे हैं। हमने एक स्टॉल लगाया हुआ है कलवा चौक पर, जो थाने के पास है, जो नासिक हाईवे और इन हाईवेज को कनेक्ट करता है। वहाँ पे हज़ारों की गिनती में लोग जो हैं वो चलते ही जा रहे हैं। और हमने एक फ्रूट स्टॉल लगाया है, और हम लोग हर किसी को बोलते हैं कि आप थोड़ा सा विश्वास रखिए, रुकिए। हम लोग कोशिश कर रहे हैं कि आपके स्टेट्स की परमिशन लाकर आपको भेजा जा सके। कर्नाटका की हम लोग ले पाए, और यूपी, बिहार, झारखंड, उड़ीसा, इन सब स्टेट्स के लिए कोशिश कर रहे हैं। बट मुश्किल है, 40-50 लोगों का एक ग्रुप होता है, उनको इकट्ठा करना पड़ता है। उनके लोकल मेडिकल टेस्ट होते हैं यहाँ पर, यहाँ की पुलिस परमिशंस होती हैं, वो कौन से जोन को बिलोंग करते हैं, वो है कि कहीं कंटेनमेंट जोन से तो नहीं है, वो एनओसीज लेनी पड़ती हैं। फिर वो जो परमिशंस है वो जाती हैं उस स्टेट के अंदर जहाँ पे वो जाना चाहते हैं, और वहाँ से एनओसीज आती हैं, तो वो जा सकते हैं। प्रोसेस बहुत है। और दूसरी बात यह है कि लोग जो है वो फेथ कहीं ना कहीं खो चुके हैं। उनको लगता है कि हाँ ये परमिशन नहीं मिलेंगे, और वो पैदल चलने की कोशिश करते हैं। तो वो एक प्रोसेस है, बट अभी शुरुआत हुई है, तो कहीं ना कहीं कर ही लेंगे। 350 लोग जो हैं वो कल गए हैं 10 बसेस से, और आज भी हम लोग करीबन 12 बसेस के लिए रेडी कर रहे हैं। यूपी की परमिशन का मैं इंतज़ार कर रहा हूँ, पर जैसे मैंने बोला कि महाराष्ट्र से लेने में थोड़े से लोग घबरा रहे हैं, क्योंकि ये ज़्यादा इफेक्टेड एरिया है, तो स्टेट्स थोड़ी सी घबराती हैं। बट मुझे उम्मीद है जैसे अभी ट्रेन भी थोड़ी शुरू हुई हैं, लोग जाना शुरू करेंगे, तो लोगों का फेथ वापस कहीं ना कहीं आएगा। बट प्रोसेस ज़रूर है। ਤੇ ਹੁਣ ਅਸੀਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਦੁਨੀਆ ਦੀ ਗੱਲ ਕਰਦੇ ਹਾਂ। ਦੁਨੀਆ ਦੇ ਵਿੱਚ 50 ਲੱਖ ਤੋਂ ਪਾਰ ਜੋ ਕੋਰੋਨਾ ਵਾਇਰਸ ਦੇ ਕੇਸ ਜਿਹੜੇ ਹਨ ਐਕਟਿਵ ਹਨ, ਉਹ ਪਹੁੰਚ ਗਏ ਹਨ। ਔਰ ਇਹ 50 ਲੱਖ ਨੇ ਜੀ, 58 ਲੱਖ ਤੋਂ ਪਾਰ ਹੋ ਚੁੱਕੀ ਹੈ ਗਿਣਤੀ, 58 ਲੱਖ ਤੋਂ ਪਾਰ ਹੋ ਚੁੱਕੀ ਹੈ। ਜ਼ਾਹਰਾ ਤੌਰ 'ਤੇ ਜਦ ਤੱਕ ਪ੍ਰੋਗਰਾਮ ਟੈਲੀਕਾਸਟ ਹੋਏਗਾ ਇਹ ਗਿਣਤੀ ਹੋਰ ਵੱਧ ਚੁੱਕੀ ਹੋਏਗੀ। 3,55,000 ਤੋਂ ਵੱਧ ਦੁਨੀਆ ਦੇ ਵਿੱਚ ਜਾਨਾਂ ਜਾ ਚੁੱਕੀਆਂ ਹਨ। ਔਰ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 17 ਲੱਖ ਦੇ ਪਾਰ ਹੋ ਚੁੱਕੀ ਹੈ। ਕਰੀਬ ਦੁਨੀਆ ਦੇ ਸਾਰੇ ਕੇਸਾਂ ਦਾ 30% ਜਿਵੇਂ ਹੈ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਹੈ। ਜ਼ਿਆਦਾ ਅਸੀਂ ਪਿਛਲੇ ਕੁਝ ਦਿਨਾਂ ਤੋਂ ਬ੍ਰਾਜ਼ੀਲ ਦੇ ਵਿੱਚ ਵੀ ਬਹੁਤ ਜ਼ਿਆਦਾ ਅਸੀਂ ਜ਼ੋਰ ਦੇਖਦੇ ਹਾਂ, ਵਾਇਰਸ ਦੇ ਕੇਸਿਸ ਬਹੁਤ ਜ਼ਿਆਦਾ ਆ ਰਹੇ ਹਨ। ਤਾਂ ਮੈਂ ਅਮਰੀਕਾ ਦੀ ਗੱਲ ਕਰ ਰਿਹਾ ਸੀ, ਇਹ ਬੁੱਧਵਾਰ ਤੱਕ ਦੇ ਆંકੜੇ ਹਨ, ਔਰ ਜਾਨਾਂ ਜਿਹੜੀਆਂ ਗਈਆਂ ਹਨ ਉਹ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ। ਜੇ ਅਸੀਂ ਥੋੜ੍ਹਾ ਪਿੱਛੇ ਜਾ ਕੇ ਵੇਖੀਏ ਤਾਂ ਮਾਰਚ ਅਖੀਰ ਤੱਕ ਮੌਤਾਂ ਦੀ ਗਿਣਤੀ ਅਮਰੀਕਾ ਵਿੱਚ 4,000 ਸੀ। ਅਪ੍ਰੈਲ ਅਖੀਰ ਤੱਕ ਇਹ ਗਿਣਤੀ ਵੱਧ ਕੇ ਇੱਕਦਮ 60,000 ਤੇ ਪਹੁੰਚ ਜਾਂਦੀ ਹੈ। ਉਹਦੇ ਬਾਅਦ ਫਿਰ ਕਦੀ ਤੇਜ਼ ਕਦੇ ਹੌਲੀ ਹੌਲੀ ਇਹ ਗਿਣਤੀ ਵੱਧਦੀ ਹੁਣ ਮਕਾਮ ਤੱਕ 1 ਲੱਖ ਦੇ ਪਾਰ ਜਾ ਚੁੱਕੀ ਹੈ। ਲਾਕਡਾਊਨ ਖੋਲ੍ਹਿਆ ਜਾ ਰਿਹਾ ਹੈ ਸਾਰੇ ਸੂਬਿਆਂ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ। ਨਾਲ ਇਹ ਵੀ ਗੱਲ ਦਾ ਖਿਆਲ ਰੱਖਿਆ ਜਾ ਰਿਹਾ ਹੈ, ਜਿੱਥੋਂ ਕਿ ਉੱਥੋਂ ਦੇ ਗਵਰਨਰ ਗੈਵਿਨ ਨਿਊਸਮ ਆਖਦੇ ਹਨ ਕਿ ਖੋਲ੍ਹਣਾ ਵੀ ਹੈ ਤੇ ਇਹ ਵੀ ਦੇਖਣਾ ਹੈ ਕਿ ਕਿਤੇ ਸੰਕਰਮਣ ਜਾ ਹੈ, ਇਨਫੈਕਸ਼ਨ ਹੈ, ਕਿਤੇ ਉਹ ਜ਼ਿਆਦਾ ਫੈਲ ਨਾ ਜਾਵੇ। ਇਸੇ ਤਰ੍ਹਾਂ ਨਿਊਯਾਰਕ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਪ੍ਰਾਂਤ ਹੈ, ਸ਼ਹਿਰ ਹੈ, ਉੱਥੇ ਵੀ ਸ਼ਹਿਰਾਂ ਦੇ ਵਿੱਚ ਕਰੀਬ ਸ਼ਾਪਸ ਔਰ ਮਾਲਸ ਔਰ ਹੋਰ ਅਦਾਰੇ ਖੋਲ੍ਹੇ ਜਾ ਰਹੇ ਹਨ। ਲੇਕਿਨ ਨਿਊਯਾਰਕ ਸਿਟੀ ਦੇ ਵਿੱਚ ਅਜੇ ਕਾਫੀ ਬੰਦਿਸ਼ਾਂ ਹਨ, ਕਾਫੀ ਪਾਬੰਦੀਆਂ ਹਨ। ਕੁਛ ਇਹ ਵੀ ਗੱਲਬਾਤ ਸੁਣਨ ਨੂੰ ਮਿਲੀ ਹੈ ਕਿ ਜਿਹੜੇ ਲੋਕਾਂ ਦੇ ਨਾਲ ਇੰਟਰਵਿਊ ਕੀਤਾ ਗਿਆ ਵੀ ਜੇਕਰ ਲਾਕਡਾਊਨ ਖੁੱਲ੍ਹਦਾ ਹੈ ਤਾਂ 10 ਚੋਂ 6 ਮਾਂ-ਬਾਪ ਇਹ ਕਹਿੰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਾਂਗੇ ਅਜੇ। ਇਸੇ ਤਰ੍ਹਾਂ ਹੀ ਟੀਚਰਸ ਨਾਲ ਗੱਲਬਾਤ ਕੀਤੀ ਗਈ ਤੇ 5 ਦੇ ਮਗਰ 1 ਟੀਚਰਸ ਉੱਥੇ ਅਮਰੀਕਾ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਫਿਲਹਾਲ ਸਕੂਲ ਨੂੰ ਜਾ ਕੇ ਅਟੈਂਡ ਨਹੀਂ ਕਰਾਂਗੇ। ਤਾਂ ਇਸੇ ਤਰ੍ਹਾਂ ਡਾਕਟਰ ਐਂਥਨੀ ਫੌਸੀ ਹੈ,
ਬੜੇ ਮਾਹਰ ਡਾਕਟਰ ਨੇ, ਬੜਾ ਨਾਂ ਹੈ ਉਹਨਾਂ ਦਾ ਅਮਰੀਕਾ ਦੇ ਵਿੱਚ, ਔਰ ਜਿਹੜੀ ਇਸ ਡਿਸੀਜ਼ ਦੇ ਨਾਲ ਲੜਨ ਵਾਸਤੇ ਟਾਸਕ ਫੋਰਸ ਹੈ ਉਹ ਵਾਈਟ ਹਾਊਸ ਦੇ ਵਿੱਚ ਉਹਦੇ ਸੀਨੀਅਰ ਮੈਂਬਰ ਵੀ ਹਨ। ਤਾਂ ਉਹ ਕਹਿ ਰਹੇ ਹਨ ਕਿ ਜਦੋਂ ਅਸੀਂ ਘਰਾਂ 'ਚੋਂ ਹੁਣ ਬਾਹਰ ਨਿਕਲਣਾ ਹੈ ਤਾਂ ਸਾਨੂੰ ਫਾਸਲੇ ਦਾ ਖਿਆਲ ਰੱਖਣਾ ਚਾਹੀਦਾ, ਔਰ ਖਾਸ ਤੌਰ 'ਤੇ ਮਾਸਕ ਸਾਨੂੰ ਜ਼ਰੂਰ ਪਾਉਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਖਦੇ ਪਏ ਅਮਰੀਕਾ ਦੇ ਵਿੱਚ ਲੋਕ ਕਾਫੀ ਆਜ਼ਾਦੀਆਂ ਲੈ ਰਹੇ ਹਨ, ਕਈ ਵਾਰ ਕਿੰਨੇ ਬੇਪਰਵਾਹ ਹੋ ਜਾਂਦੇ ਹਨ, ਲੇਕਿਨ ਉਹਦੇ ਸਿੱਟੇ ਵੀ ਅਸੀਂ ਕਿੰਨੇ ਮਾੜੇ ਦੇਖੇ ਹਨ। ਤਾਂ ਹੁਣ ਇਹ ਡਾਕਟਰ ਐਂਥਨੀ ਫੌਸੀ ਆਖਦੇ ਹਨ, ਜਿਹੜੇ ਟਰੰਪ ਉਹਨਾਂ ਦੀ ਟੀਮ ਦੇ ਮੈਂਬਰ ਹਨ। ਤੇ ਹੁਣ ਕੰਟਰਡਿਕਸ਼ਨ ਇਹ ਹੈ ਕਿ ਅਸੀਂ ਕਿੰਨੀ ਹੀ ਵਾਰ ਟਰੰਪ ਉਹਨਾਂ ਨੂੰ ਵੇਖਿਆ ਹੈ ਕਿ ਉਹ ਜਦੋਂ ਵੀ ਜਨਤਕ ਥਾਵਾਂ 'ਤੇ ਘੁੰਮਦੇ ਹਨ, ਪਬਲਿਕ ਵੀ ਜਾਂਦੇ ਹਨ, ਉਹਨਾਂ ਨੇ ਮਾਸਕ ਨਹੀਂ ਪਾਇਆ ਹੁੰਦਾ। ਫਿਰ ਉਹ ਬੜੀ ਸ਼ਾਨ ਦੇ ਨਾਲ ਆਖਦੇ ਹਨ, ਇਟਸ ਅ ਕੇਸ ਆਫ ਪਰਸਨਲ ਚੋਇਸ, ਮੇਰੀ ਮਰਜ਼ੀ, ਜਿਹਨੂੰ ਪੰਜਾਬੀ 'ਚ ਆਖੀਏ। ਤਾਂ ਉਹ ਕੰਟਰਡਿਕਸ਼ਨ ਇਹ ਪੈਦਾ ਹੁੰਦੀ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਸਲਾਹਕਾਰ ਨੇ, ਐਡਵਾਈਜ਼ਰ ਨੇ, ਟਾਸਕ ਫੋਰਸ ਦੇ ਮੈਂਬਰ ਨੇ, ਡਾਕਟਰ ਐਂਥਨੀ ਫੌਸੀ ਦਾ ਮੈਂ ਨਾਂ ਲਿਆ ਹੈ, ਉਹ ਕਿਤੇ ਅਪੀਲ ਕਰ ਰਹੇ ਹਨ ਲੋਕਾਂ ਨੂੰ। ਤਾਂ ਇਹ ਹੈ ਕਿ ਜਿਹੜੇ ਵੱਡੇ ਆਗੂ ਨੇ, ਵੱਡੇ ਲੀਡਰ ਨੇ, ਉਹਨਾਂ ਨੇ ਕੁਝ ਕਹਿਣਾ ਹੀ ਨਹੀਂ ਹੁੰਦਾ, ਉਹਨਾਂ ਨੇ ਕੁਝ ਕਰਨਾ ਵੀ ਹੁੰਦਾ ਹੈ, ਜਾਂ ਉਹਨਾਂ ਨੂੰ ਵੇਖ ਕੇ ਲੋਕ ਇਸ ਤਰ੍ਹਾਂ ਦੀ ਇਨਸਪੀਰੇਸ਼ਨ ਲੈਂਦੇ ਹਨ। ਜਿਵੇਂ ਟਰੰਪ ਨੇ ਕਾਫੀ ਪਾਪੂਲਰ ਵੀ ਤਾਂ ਹੈ ਨਾ, ਤਾਂ ਹੀ ਤਾਂ ਪ੍ਰੈਜ਼ੀਡੈਂਟ ਨੇ, ਤੇ ਜਦੋਂ ਉਹ ਮਾਸਕ ਨਹੀਂ ਪਾਉਣਗੇ ਤਾਂ ਫਿਰ ਲੋਕਾਂ ਨੂੰ ਕੀ ਪੈਗਾਮ ਜਾਏਗਾ। ਸੋ ਜੀ, ਇਸੇ ਨਿੱਕੇ ਜਿਹੇ ਐਕਸਕਲਾਮੇਸ਼ਨ, ਇਸੇ ਪ੍ਰਸ਼ਨ ਦੇ ਨਾਲ ਮੈਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹਾਂ। ਅਗਲੇ ਹਫ਼ਤੇ ਫਿਰ ਮਿਲਣਾ ਹੈ। ਸ਼ੁਕਰੀਆ ਆਪ ਜੀ ਦਾ।